ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਬਰਨ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਅਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਅਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਯੂਕਰੇਨ ਦੇ ਖਾਰਕੀਵ ਵਿੱਚ ਰੂਸੀ ਹਮਲੇ 'ਚ ਭਾਰਤੀ ਵਿਦਿਆਰਥੀ ਦੀ ਮੌਤ। ਭਾਰਤ ਵੱਲੋਂ ਸਾਰੀਆਂ ਕਮਰਸ਼ੀਅਲ ਫਲਾਈਟਾਂ ਦੇ ਆਉਣ ਜਾਣ ਤੇ ਅਗਲੇ ਹੁਕਮਾਂ ਤੱਕ ਰੋਕ। ਪ੍ਰਵਾਸੀਆਂ ਲਈ ਕੈਨੇਡਾ ਵਿੱਚ ਕੰਮ ਕਰਨ ਦਾ ਸੁਨਹਿਰੀ ਮੌਕਾ। ਸਰਕਾਰ ਦੇ ਰਹੀ ਹੈ 2 ਸਾਲ ਦਾ ਵੀਜ਼ਾ। ਪੁਤਿਨ ਨੇ ਦਿੱਤਾ ਯੂਕਰੇਨ ਰਾਸ਼ਟਰਪਤੀ ਦੀ ਹੱਤਿਆ ਦਾ ਹੁਕਮ ਕਿ ਭੇਜੇ 400 ਦੇ ਕਰੀਬ ਖਤਰਨਾਕ ਫੌਜੀ। ਯੂਰਪ ਕੈਨੇਡਾ ਵੱਲੋਂ ਰੂਸ ਨੂੰ ਵੱਡਾ ਝਟਕਾ। ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਕੀਤਾ ਗਿਆ ਬੰਦ। ਯੂਕਰੇਨ ਨਾਲ ਜੰਗ ਵਿਚਾਲੇ ਰੂਸ ਦਾ ਵੱਡਾ ਕਦਮ। 36 ਤੋਂ ਵੱਧ ਦੇਸ਼ਾਂ ਲਈ ਬੰਦ ਕੀਤਾ ਆਪਣਾ 에ਅਰ ਸਪੇਸ। ਯੂਕਰੇਨ ਰੂਸ ਵਾਰਤਾ ਵਿੱਚ ਨਹੀਂ ਬਣੀ ਸਹਿਮਤੀ। ਰੂਸੀ ਮਿਜ਼ਾਈਲਾਂ ਪਰਮਾਣੂ ਹਮਲੇ ਲਈ ਤਿਆਰ। ਅਮਰੀਕਾ ਨੇ ਮਾਸਕੋ ਦੂਤਘਰ ਤੋਂ ਲੋਕ ਬੁਲਾਏ ਪਾਪੇ। ਹੁਣੇ ਨਾ ਖਬਰਾਂ ਦਾ ਵਿਸਥਾਰ। ਰੂਸ ਨੇ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਤੇ ਫਿਰ ਤੋਂ ਗੋਲਾਬਾਰੀ ਕੀਤੀ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਇਸ ਗੋਲਾਬਾਰੀ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਭਾਰਤੀ ਵਿਦੇਸ਼ ਮੰਤਰਾਲਾ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਵਿਦੇਸ਼ ਮੰਤਰਾਲਾ ਦੇ ਸਰਕਾਰੀ ਬੁਲਾਰੇ ਅਰਿੰਦਮ ਵਾਗਾਚੀ ਨੇ ਟਵੀਟ ਕਰਕੇ ਲਿਖਿਆ, ਡੂੰਘੇ ਦੁੱਖ ਦੇ ਨਾਲ ਅਸੀਂ ਪੁਸ਼ਟੀ ਕਰਦੇ ਹਾਂ ਕਿ ਅੱਜ ਸਵੇਰੇ ਖਾਰਕੀਵ ਵਿੱਚ ਗੋਲਾਬਾਰੀ 'ਚ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਮੰਤਰਾਲਾ ਉਸਦੇ ਪਰਿਵਾਰ ਦੇ ਸੰਪਰਕ ਵਿੱਚ ਹੈ। ਅਸੀਂ ਪਰਿਵਾਰ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ। ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਦੇਖਣ ਨੂੰ ਮਿਲ ਰਹੀ ਹੈ, ਪਰ ਭਾਰਤ ਸਰਕਾਰ ਨੇ ਸਾਵਧਾਨੀ ਵਰਤਦੇ ਹੋਏ ਕਮਰਸ਼ੀਅਲ ਪੈਸੇਂਜਰ ਸਰਵਿਸਿਜ਼ ਨੂੰ ਅੱਗੇ ਵੀ ਰੋਕਣ ਦਾ ਫੈਸਲਾ ਕੀਤਾ। ਸੋਮਵਾਰ ਨੂੰ DGCA ਨੇ ਭਾਰਤ ਤੋਂ ਅੱਗੇ ਆਉਣ ਜਾਣ ਵਾਲੀ ਅੰਤਰਰਾਸ਼ਟਰੀ ਕਮਰਸ਼ੀਅਲ ਉਡਾਣਾਂ ਨੂੰ ਅਗਲੇ ਆਦੇਸ਼ ਤੱਕ ਮੁਅੱਤਲ ਕਰਨ ਦਾ ਹੁਕਮ ਜਾਰੀ ਕੀਤਾ ਹੈ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਨੇ ਆਪਣੇ ਆਦੇਸ਼ ਵਿੱਚ ਇਹ ਸਪਸ਼ਟ ਕੀਤਾ ਹੈ ਕਿ ਫਲਾਈਟਸ ਦੇ ਮੁਅੱਤਲ ਦਾ ਅਸਰ ਕਾਰਗੋ ਤੇ DGCA ਦੀ ਮਨਜ਼ੂਰੀ ਵਾਲੀ ਫਲਾਈਟਸ ਤੇ ਨਹੀਂ ਪਏਗਾ। ਇਸ ਦੇ ਨਾਲ ਬਬਲ ਵਿਵਸਥਾ ਦੇ ਤਹਿਤ ਉਡਾਣਾਂ ਤੇ ਇਹ ਹੁਕਮ ਲਾਗੂ ਨਹੀਂ ਹੋਏਗਾ। ਕੈਨੇਡਾ ਪ੍ਰਵਾਸੀਆਂ ਲਈ ਦੁਨੀਆ ਦੇ ਸਭ ਤੋਂ ਵਧੀਆ ਦੇਸ਼ਾਂ ਵਿੱਚੋਂ ਇੱਕ ਹੈ। ਕੈਨੇਡਾ ਸਰਕਾਰ ਯੋਗਤਾ ਪ੍ਰਾਪਤ ਵਿਦਿਆਰਥੀਆਂ, ਹੁਨਰਮੰਦ ਪੇਸ਼ੇਵਰਾਂ, ਕਾਰੋਬਾਰੀਆਂ ਅਤੇ ਨਿਵੇਸ਼ਕਾਂ ਨੂੰ ਬਹੁਤ ਸਾਰੇ ਇਮੀਗ੍ਰੇਸ਼ਨ ਵਿਕਲਪ ਦੇਣ ਦੀ ਜਾਂ ਕੰਮ ਦੇਣ ਦੀ ਪੇਸ਼ਕਸ਼ ਕਰਦੀ ਹੈ। ਵੈਸੇ ਵੀ ਹਰ ਕੋਈ ਕੈਨੇਡਾ ਜਾ ਕੇ ਆਪਣਾ ਭਵਿੱਖ ਬਣਾਉਣਾ ਚਾਹੁੰਦਾ ਹੈ ਅਤੇ ਹੁਣ ਕੈਨੇਡਾ ਜਾਣ ਦਾ ਉਹਨਾਂ ਲਈ ਇਹ ਸੁਨਹਿਰੀ ਮੌਕਾ ਹੈ, ਫਿਰ ਚਾਹੇ ਉਹ ਕਿਸੇ ਵੀ ਫੀਲਡ ਲਈ ਕੰਮ ਕਰਦੇ ਹੋਣ। ਕੈਨੇਡਾ ਸਰਕਾਰ ਨੂੰ ਖਾਸ ਕਰਕੇ ਪਲੰਬਰ, ਮੈਸਨ, ਇਲੈਕਟ੍ਰੀਸ਼ੀਅਨ, ਇੰਜੀਨੀਅਰ, ਕੁੱਕ, ਖਾਣ ਪੈਕ ਕਰਨ ਵਾਲੇ, ਫਲ ਪੈਕ ਕਰਨ ਵਾਲੇ ਜਾਂ ਡਰਾਈਵਰ, ਇਮਾਰਤਾਂ ਦੀ ਉਸਾਰੀ ਕਰਨ ਵਾਲੇ ਕਾਮਿਆਂ ਦੀ ਬਹੁਤ ਲੋੜ ਹੈ। ਸਰਕਾਰ 2 ਸਾਲ ਦਾ ਵਰਕ ਪਰਮਿਟ ਵੀਜ਼ਾ ਦੇ ਰਹੀ ਹੈ। ਕੋਰੋਨਾ ਕਰਕੇ ਸਰਕਾਰ ਨੂੰ ਕਾਫੀ ਨੁਕਸਾਨ ਹੋਇਆ ਸੀ, ਪਰ ਜਿਵੇਂ-ਜਿਵੇਂ ਕੋਰੋਨਾ ਦੀ ਲਹਿਰ ਹੁਣ ਘਟ ਰਹੀ ਹੈ, ਸਰਕਾਰ ਪ੍ਰਵਾਸੀਆਂ ਨੂੰ ਰਾਹਤ ਦੇ ਰਹੀ ਹੈ ਤੇ ਪ੍ਰਵਾਸੀਆਂ ਕੋਲ ਵੀ ਕੈਨੇਡਾ ਜਾ ਕੇ ਕੰਮ ਕਰਨ ਦਾ ਇੱਕ ਸੁਨਹਿਰੀ ਮੌਕਾ ਹੈ। ਜੇ ਤੁਹਾਡੇ ਵੀ ਸਾਰੇ ਦਸਤਾਵੇਜ਼ ਪੂਰੇ ਨੇ ਤਾਂ ਕਿਸੇ ਕਾਰਨ ਕਰਕੇ ਤੁਸੀਂ ਕੈਨੇਡਾ ਜਾਣ ਤੋਂ ਰਹਿ ਗਏ ਸੀ ਤਾਂ ਹੁਣ ਤੁਸੀਂ ਜਲਦ ਤੋਂ ਜਲਦ ਅਪਲਾਈ ਕਰ ਸਕਦੇ ਹੋ। ਰੂਸ ਦੇ ਰਾਸ਼ਟਰਪਤੀ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਦੀ ਹੱਤਿਆ ਦਾ ਹੁਕਮ ਦਿੱਤਾ ਹੈ। ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਮੋਟੇ ਤੌਰ ਤੇ ਕ੍ਰੈਮਲਿਨ ਦੇ 400 ਫੌਜੀ ਕੰਮ ਕਰ ਰਹੇ ਨੇ। ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਵੈਗਨਰ ਗਰੁੱਪ ਦੇ ਹਥਿਆਰਬੰਦ ਮਿਲੀਸ਼ੀਆ ਨੂੰ 5 ਹਫ਼ਤੇ ਪਹਿਲਾਂ ਅਫਰੀਕਾ ਤੋਂ ਕੀਵ ਭੇਜਿਆ ਗਿਆ ਹੈ। ਮਿਲੀਸ਼ੀਆ ਨੂੰ ਮੋਟੀ ਰਕਮ ਦੇ ਬਦਲੇ ਵਿੱਚ ਜ਼ੈਲੈਂਸਕੀ ਦੀ ਸਰਕਾਰ ਨੂੰ ਸੁੱਟਣ ਦਾ ਹੁਕਮ ਦਿੱਤਾ ਗਿਆ। ਇਹ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਹੁਕਮ ਤੇ ਕੀਵ ਨੂੰ ਕਬਜ਼ੇ ਵਿੱਚ ਲੈਣ ਦੇ ਪਲਾਨ ਦਾ ਤਹਿਤ ਹੋ ਰਿਹਾ ਹੈ। ਰੂਸ ਦੇ ਇਰਾਦਾ ਯੂਕਰੇਨ ਤੇ ਜਲਦੀ ਤੋਂ ਜਲਦੀ ਕਬਜ਼ਾ ਕਰਨ ਦਾ ਹੈ। ਦ ਟਾਈਮਜ਼ ਦੀ ਰਿਪੋਰਟ ਮੁਤਾਬਕ ਯੂਕਰੇਨ ਸਰਕਾਰ ਨੂੰ ਸ਼ਨੀਵਾਰ ਦੀ ਸਵੇਰ ਇਸ ਮਿਸ਼ਨ ਦੀ ਜਾਣਕਾਰੀ ਮਿਲ ਗਈ ਸੀ। ਇਸ ਤੋਂ ਕੁਝ ਘੰਟਿਆਂ ਬਾਅਦ ਹੀ ਕੀਵ ਵਿੱਚ 36 ਘੰਟੇ ਦਾ ਕਰਫਿਊ ਲਾਗੂ ਕੀਤਾ ਗਿਆ। ਦ ਵੈਗਨਰ ਗਰੁੱਪ ਦੇ ਇੱਕ ਨੇੜਲੇ ਸੂਤਰ ਨੇ ਦੱਸਿਆ ਕਿ 2000 ਤੋਂ ਲੈ ਕੇ 4000 ਪਾੜੇ ਦੇ ਫੌਜੀ ਪੂਰੇ ਯੂਕਰੇਨ ਵਿੱਚ ਕੰਮ ਕਰ ਰਹੇ ਨੇ। ਇਕੱਲੇ ਰਾਜਧਾਨੀ ਕੀਵ ਵਿੱਚ 400 ਪਾੜੇ ਦੇ ਫੌਜੀ ਸਰਗਰਮ ਨੇ। ਇਹ ਸਾਰੇ ਬੈਲਾਰੂਸ ਦੇ ਰਸਤੇ ਇੱਥੋਂ ਤੱਕ ਪਹੁੰਚੇ ਨੇ। ਵੈਗਨਰ ਗਰੁੱਪ ਨੂੰ ਪੁਤਿਨ ਦੇ ਸਭ ਤੋਂ ਨੇੜਲੇ ਦੋਸਤਾਂ ਵਿੱਚੋਂ ਇੱਕ ਵੱਲੋਂ ਚਲਾਇਆ ਜਾਂਦਾ ਹੈ। ਇਸ ਗੱਲ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਬੈਲਾਰੂਸ ਜਲਦੀ ਹੀ ਯੂਕਰੇਨ ਵਿੱਚ ਆਪਣੇ ਫੌਜੀਆਂ ਨੂੰ ਭੇਜ ਸਕਦਾ ਹੈ। ਉਸ ਦਾ ਇਰਾਦਾ ਆਪਣੇ ਦੋਸਤ ਰੂਸ ਦੀ ਮਦਦ ਕਰਨ ਦਾ ਹੈ। ਦਰਅਸਲ ਅਮਰੀਕਾ ਦੇ ਖੁਫੀਆ ਵਿਭਾਗ ਨਾਲ ਜੁੜੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੈਲਾਰੂਸ ਯੂਕਰੇਨ ਤੇ ਰੂਸ ਦੇ ਹਮਲੇ ਵਿੱਚ ਰੂਸ ਦਾ ਸਾਥ ਦਿੰਦੇ ਹੋਏ ਸੋਮਵਾਰ ਤੱਕ ਯੂਕਰੇਨ ਵਿੱਚ ਫੌਜ ਭੇਜ ਸਕਦਾ ਹੈ। ਯੂਕਰੇਨ ਤੇ ਰੂਸ ਦੇ ਹਮਲੇ ਤੋਂ ਬਾਅਦ ਯੂਰਪ ਅਤੇ ਕੈਨੇਡਾ ਨੇ ਕਿਹਾ ਹੈ ਕਿ ਉਹ ਰੂਸੀ 에ਅਰਲਾਈਨਸ ਲਈ ਆਪਣਾ ਹਵਾਈ ਖੇਤਰ ਬੰਦ ਕਰ ਦੇਣਗੇ, ਜਿਸ ਨਾਲ ਅਮਰੀਕਾ ਤੇ ਵੀ ਅਜਿਹਾ ਕਰਨ ਲਈ ਦਬਾਅ ਵਧੇਗਾ। यूरोपीयन कमीशन के प्रधान उर्सुला वॉन डेर लेन ने एतवार को कहा कि यूरोपीयन यूनीयन रूसिया की मलकीयत वाले
ਰਜਿਸਟਰਡ ਜਾਂ ਨਿਯੰਤਰਿਤ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦੇਗੀ, ਜਿਸ ਵਿੱਚ ਕੁਲੀਨ ਵਰਗਾਂ ਦੇ ਨਿੱਜੀ ਜੈੱਟ ਵੀ ਸ਼ਾਮਲ ਨੇ। ਕੈਨੇਡਾ ਦੇ ਟਰਾਂਸਪੋਰਟ ਮੰਤਰੀ ਉਮਰ ਅਲਗਬਰਾ ਨੇ ਕਿਹਾ ਕਿ ਉਹਨਾਂ ਦਾ ਦੇਸ਼ ਆਪਣੇ ਗੁਆਂਢੀਆਂ ਤੇ ਬਿਨਾਂ ਭੜਕਾਹਟ ਦੇ ਹਮਲੇ ਲਈ ਰੂਸ ਨੂੰ ਜਵਾਬਦੇਹ ਠਹਿਰਾਉਣ ਲਈ ਸਾਰੇ ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਰਿਹਾ। यूरोपियन यूनियन की कार्रवाई कई मैंबर देशों के कहण तो बाद आई है कि वो एतवार रात तक रूसी जहाज़ों को रोक रहे हैं जां अजिहा करन दी योजना बना रहे हैं। बेल्जियम के प्रधानमंत्री एलेक्जेंडर डी क्रू ने ट्वीट किया है कि यूरोपियन आसमान उन्हां लोकां लई खुला है जो लोकां नूं एकजुट करते हैं, ना कि उन्हां लई जो बेरहमी नाल हमला करना चाहते हैं। नीदरलैंड के बुनियादी ढांचे और जल मंत्री मार्क हार्बर्ट्स ने ट्विटर पर कहा कि डच हवाई खेतर में एक अजिहे शासन लई कोई जगह नहीं है जो बेलोड़ी और बेरहमी हिंसा की वरतों करती है। वॉन डेर लेयन की घोषणा तो पहला हालांकि कुछ यूरोपीयन देश जिवें कि स्पेस, ग्रीस और तुर्की रूसी जहाज़ों लई अपना हवाई खेतर बंद करन तो झिझकते दिखाई दिते। रूस ने सोमवार ਨੂੰ 36 ਤੋਂ ਵੱਧ यूरोपी देशों के नाल कनेडा ਲਈ ਆਪਣੇ हवाई खेतर ਨੂੰ ਬੰਦ कर दिता। यूरोपी संघ ਵੱਲੋਂ रूसी एयरलाइन ਨੂੰ ਉਹਨਾਂ ਦੇ हवाई खेतर ਨੂੰ दाखिल होने ते प्रतिबद्ध लगाउण तो बाद एक कदम चुक्या गया। दरअसल पश्चिमी देशों ने यूक्रेन के हमले के जवाब विच रूस खिलाफ कई तरह के प्रतिबंध लगा के रूसी अर्थव्यवस्था की कमर तोड़न की योजना बनाई है। इस दरमियान यूक्रेन के सैनिकों को हथियारों की गिणती भावें ही घट होवे पर दृढ़ इरादिਆਂ ਨਾਲ भरपूर इन्हां सैनिकों ਨੂੰ घट तो घट फिलहाल राजधानी कीव ते होर मुख शहरों विच रूसी सैनिकों की रफ्तार घट की है। यूक्रेनी सैनिकों तो मिल रहे सख्त मुकाबले कारण पुतिन ने रूस के परमाणु बलों ਨੂੰ हाई अलर्ट ते रहण दा हुक्म दिता है। यूक्रेन के डरे हुए लोग तय खाणियां ते कॉरीडोर विच सहारे की भाल कर रहे हैं। मृतकों की सही गिणती का अजे पता नहीं लग सकिया पर यूक्रेन के राष्ट्रपति ने कहा कि घट तो घट 16 बच्चे मर गए ने ते 45 जख्मी हुए ने। लखां लोगों ने अपना घर-बार छड्ड के जाण का फैसला लिया है ते कई लोग भज भी चुके हैं। परमाणु हथियारों ਲਈ ਜ਼ਿੰਮੇਵਾਰ रणनीतिक बल ਨੂੰ हाई अलर्ट ਤੇ ਲਿਆਉਣ ਤੋਂ ਬਾਅਦ रूस ने सोमवार ਨੂੰ परमाणु ਬੰਬਾਂ ਨਾਲ ਲੈਸ ਮਿਜ਼ਾਈਲਾਂ ਨੂੰ ਹਮਲੇ ਲਈ ਤਿਆਰ ਰੱਖਣ ਦੇ ਹੁਕਮ ਦੇ ਦਿੱਤਾ। परमाणु हमले नाल संबंधित यूनिट के मुलाजमां दीआं छुट्टियां रद्द कर दित्तियां गईयां ने ते उन्हां नूं पूरे 24 घंटे अलर्ट मोड ते रहण दे हुक्म दित्ते गए ने। रूस के कदम तो चौकस होए अमेरिका ने अपने दूतघर मुलाजमां नूं परिवार वापस भेजण लई कहा। नाल ही बेलारूस का दूतघर बंद कर दिता गया है, जबकि बेलारूस विच 3.5 घंटे चली वार्ता विच यूक्रेन ने रूस तो क्रीमिया ते डोनबास तो फौज हटाउण लई कहा। वार्ता विच दोवां धिरां 'च कोई सहमति नहीं बन सकी। इस दरमियान यूक्रेन विच छिड़ी जंग विच रूस ने सोमवार नूं बर्डिंग्स ते एनहॉडर्स कस्बिਆਂ ते कब्जा कर लिया। बर्डिंग्स विच यूक्रेन का नेवी अड्डा भी है, वह भी रूसी फौज के कब्जे विच आ गया है। राजधानी कीव ते रूसी फौज के चूह-पासड़ हमले लगातार जारी ने। यूक्रेन ते रूसी हमला 5वें दिन विच जारी है। कीव ते मिसाइल हमले दे नाल-नाल ही वीरवार नूं जंग की शुरुआत हुई सी, पर सिर्फ एक दिन विच कीव के नज़दीक पहुंची रूसी फौज 4 दिनों विच पूरा जोर लगवाउण दे बावजूद यूक्रेनी राजधानी विच दाखिल नहीं हो सकी। दूजे वड्डे शहर खारकिव विच दाखिल होने के कुछ घंटिया बाद ही सख्त विरोध कारण रूसी फौज नूं बाहर निकलना पिया। ताइवान व्यापार ਅਤੇ ਹੋਰ ਮੁੱਦਿਆਂ ਤੇ ਵਿਵਾਦ ਵਧਣ ਕਾਰਨ ਚੀਨ ਦੇ ਚੋਟੀ ਦੇ ਡਿਪਲੋਮੈਟ ਨੇ ਅਮਰੀਕਾ ਨੂੰ ਸੰਬੰਧਾਂ ਨੂੰ ਸੁਧਾਰਨ ਲਈ ਕਦਮ ਚੁੱਕਣ ਦੀ ਅਪੀਲ ਕੀਤੀ ਹੈ। चीन के विदेश मंत्री वांग यी ने सोमवार नूं शंघई क्यूमिनीक की 50वीं वरेगंढ के मौके पर आयोजित एक समागम विच ये गल कही। इस ते अमेरिका के साबका राष्ट्रपति रिचर्ड निक्सन की 1972 की चीन यात्रा दौरान हस्ताक्षर किए गए सन। राष्ट्रपति के दौरे तो 7 साल बाद अमेरिका ते चीन विचाले कूटनीतिक संबंध स्थापित होए सन, जिस ते आधार ते अमेरिका ने ताइवान नाल रस्मी संबंध खत्म कर दिते सन। चीन ताइवान ते अपना दावा करता है अते उसका कहना है कि जेकर इस ते कंट्रोल करने लई ताकत की वरतों करनी पए तो इस तो कोई गुरेज नहीं करेगा। वैंग ने अमेरिका नूं कहा कि वह संबंधां नूं मुड़ ली ते लियाउण लई एक वाजब अते व्यवहारक चीन नीति नूं बहाल करे। उन्होंने चीन की यह शिकायत भी दोहराई कि अमेरिका अपने वादे पूरे नहीं कर रहा। उन्होंने कहा कि पक्षां नूं संबंधां की समीक्षा व्यापक अते वधेरे संपूर्ण दृष्टिकोण नाल मतभेदां की बजाय सहयोग के आधार ते अलग-थलग होने की बजाय खुलेपन अते वख होने की बजाय जुड़न के आधार ते करनी चाहिए है। न्यूयॉर्क की गवर्नर कैथी हॉचूल ने रूस विच निवेश सणे उसदे नाल कारोबार करन ते पाबंदी लगाउण वाले कार्यकारी हुकम ते हस्ताक्षर कीते हन।
ਹੌਚਲ ਨੇ ਐਤਵਾਰ ਨੂੰ ਅਲਬਾਨੀ ਵਿੱਚ ਇੱਕ ਪੱਤਰਕਾਰ ਸੰਮੇਲਨ ਦੌਰਾਨ ਇਹ ਵੀ ਕਿਹਾ ਸੀ ਕਿ ਰੂਸੀ ਹਮਲੇ ਕਰਕੇ ਯੂਕਰੇਨ ਤੋਂ ਭੱਜ ਕੇ ਇੱਥੇ ਆਉਣ ਵਾਲੇ ਸ਼ਰਨਾਰਥੀਆਂ ਦਾ ਨਿਊਯਾਰਕ ਸਵਾਗਤ ਕਰੇਗਾ, ਕਿਉਂਕਿ ਅਮਰੀਕਾ ਵਿੱਚ ਰਹਿਣ ਵਾਲੇ ਯੂਕਰੇਨ ਵਾਸੀਆਂ ਵਿੱਚੋਂ ਸਭ ਤੋਂ ਵੱਧ ਉਹਨਾਂ ਦੇ ਸੂਬੇ ਵਿੱਚ ਰਹਿੰਦੇ ਹਨ। ਨਿਊਯਾਰਕ ਦੀ ਪਹਿਲੀ ਮਹਿਲਾ ਗਵਰਨਰ ਨੇ ਕਿਹਾ, ਅਸੀਂ ਯੂਕਰੇਨ ਦੇ ਲੋਕਾਂ ਦੇ ਨਾਲ ਖੜੇ ਹਾਂ। ਇੱਕ ਅੰਦਾਜ਼ੇ ਮੁਤਾਬਕ ਅਮਰੀਕਾ ਵਿੱਚ ਰਹਿਣ ਵਾਲੇ 10 ਲੱਖ ਤੋਂ ਵੱਧ ਲੋਕ ਅਜਿਹੇ ਹਨ ਜਿਨ੍ਹਾਂ ਦੀਆਂ ਜੜ੍ਹਾਂ ਯੂਕਰੇਨ ਨਾਲ ਜੁੜੀਆਂ ਹੋਈਆਂ ਨੇ ਅਤੇ ਇਹਨਾਂ ਵਿੱਚੋਂ 1,40,000 ਲੋਕ ਨਿਊਯਾਰਕ ਵਿੱਚ ਰਹਿੰਦੇ ਨੇ। ਉਹਨਾਂ ਨੇ ਕਿਹਾ, ਜੇਕਰ ਤੁਹਾਨੂੰ ਠਹਿਰਨ ਲਈ ਜਗ੍ਹਾ ਦੀ ਲੋੜ ਹੈ ਤਾਂ ਤੁਸੀਂ ਇੱਥੇ ਆਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਸਾਡੇ ਸਮਾਜ ਵਿੱਚ ਸ਼ਾਮਲ ਹੋਣ ਵਿੱਚ ਮਦਦ ਕਰਨ ਨੂੰ ਤਿਆਰ ਹਾਂ। ਅਸੀਂ ਪਹਿਲਾਂ ਵੀ ਹੋਰ ਸ਼ਰਨਾਰਥੀਆਂ ਨੂੰ ਸ਼ਰਨ ਦਿੰਦੇ ਆ ਰਹੇ ਹਾਂ ਅਤੇ ਅਫਗਾਨਿਸਤਾਨ ਦੇ ਸ਼ਰਨਾਰਥੀ ਵੀ ਉਹਨਾਂ 'ਚ ਸ਼ਾਮਲ ਨੇ। ਹਾਲਾਂਕਿ ਉਹਨਾਂ ਨੇ ਇਸ ਬਾਰੇ ਵਿਸ਼ੇਸ਼ ਜਾਣਕਾਰੀ ਨਹੀਂ ਦਿੱਤੀ ਕਿ ਨਿਊਯਾਰਕ ਰੂਸੀ ਕੰਪਨੀਆਂ ਵਿੱਚ ਕਿੰਨਾ ਨਿਵੇਸ਼ ਕਰ ਚੁੱਕਾ ਹੈ, ਪਰ ਇਸ ਗੱਲ ਦੇ ਸੰਕੇਤ ਜ਼ਰੂਰ ਦਿੱਤੇ ਗਏ ਨੇ ਕਿ ਨਿਊਯਾਰਕ ਦੀ ਅਰਥ ਵਿਵਸਥਾ ਰੂਸ ਦੇ ਅਰਥਚਾਰੇ ਨਾਲੋਂ ਵੱਡੀ ਹੈ। ਗਵਰਨਰ ਵੱਲੋਂ ਜਾਰੀ ਹੁਕਮਾਂ ਦਾ ਮਤਲਬ ਹੈ ਕਿ ਪ੍ਰਾਂਤ ਦੀ ਸਰਕਾਰ ਸਿੱਧੇ ਜਾਂ ਅਸਿੱਧੇ ਤੌਰ ਤੇ ਰੂਸ ਨੂੰ ਮਦਦ ਕਰਨ ਲਈ ਆਪਣੀਆਂ ਨਿਵੇਸ਼ ਗਤੀਵਿਧੀਆਂ ਦੀ ਆਗਿਆ ਨਹੀਂ ਦੇਗਾ, ਕਿਉਂਕਿ ਰੂਸ ਨੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਹੈ। ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਤਾਰੀਫ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪੁਤਿਨ ਇੱਕ ਸਮਾਰਟ ਰਾਜਨੇਤਾ ਨੇ। ਟਰੰਪ ਨੇ ਅਮਰੀਕਾ ਤੇ ਨਾਟੋ ਤੇ ਮੂਰਖਾਂ ਵਾਂਗ ਕੰਮ ਕਰਨ ਦਾ ਦੋਸ਼ ਵੀ ਲਗਾਇਆ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਜੇਕਰ ਉਹ ਰਾਸ਼ਟਰਪਤੀ ਹੁੰਦੇ ਤਾਂ ਰੂਸ ਕਦੇ ਵੀ ਯੂਕਰੇਨ ਤੇ ਹਮਲਾ ਨਾ ਕਰਦਾ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇਨੀ ਦਿਨੀ ਰੂਸ ਯੂਕਰੇਨ ਯੁੱਧ ਤੇ ਕਾਫੀ ਬਿਆਨਬਾਜ਼ੀ ਕਰ ਰਹੇ ਨੇ। ਉਹ ਲਗਭਗ ਹਰ ਬਿਆਨ ਵਿੱਚ ਰੂਸ ਦੀ ਤਾਰੀਫ ਵੀ ਕਰ ਰਹੇ ਨੇ ਤੇ ਅਮਰੀਕਾ ਨਾਟੋ ਦੀ ਆਲੋਚਨਾ ਕਰ ਰਹੇ ਨੇ। ਇਸ ਤੋਂ ਪਹਿਲਾਂ ਵੀ ਟਰੰਪ ਨੇ ਰੂਸੀ ਰਾਸ਼ਟਰਪਤੀ ਪੁਤਿਨ ਦੀ ਤਾਰੀਫ ਕਰਦੇ ਹੋਏ ਕਿਹਾ ਸੀ ਕਿ ਉਹਨਾਂ ਨੂੰ ਯੂਕਰੇਨ ਦੇ 2 ਖੇਤਰਾਂ ਦੀ ਆਜ਼ਾਦੀ ਲਈ ਜੀਨੀਅਸ ਕਰਾਰ ਦਿੱਤਾ ਸੀ। ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਕੰਜ਼ਰਵੇਟਿਵ ਪੋਲੀਟੀਕਲ ਐਕਸ਼ਨ ਕਾਨਫਰੰਸ ਵਿੱਚ ਭਾਸ਼ਣ ਦੌਰਾਨ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਰੂਸ ਦੀ ਤਾਰੀਫ ਕੀਤੀ ਸੀ। ਉਹਨਾਂ ਨੇ ਵੀ ਕਿਹਾ ਕਿ ਸਮੱਸਿਆ ਇਹ ਨਹੀਂ ਹੈ ਕਿ ਪੁਤਿਨ ਸਮਾਰਟ ਨੇ, ਬੇਸ਼ੱਕ ਉਹ ਸਮਾਰਟ ਨੇ, ਪਰ ਅਸਲ ਸਮੱਸਿਆ ਇਹ ਹੈ ਕਿ ਸਾਡੇ ਨੇਤਾ ਮੂਰਖ। ਭਾਰਤ ਸਰਕਾਰ ਵੱਲੋਂ ਰੂਸ ਦੇ ਹਮਲੇ ਦਾ ਸਾਹਮਣਾ ਕਰ ਰਹੇ ਯੂਕਰੇਨ ਨੂੰ ਦਵਾਈਆਂ ਤੇ ਦੂਜੀ ਮਦਦ ਭੇਜੀ ਜਾਏਗੀ। ਸੋਮਵਾਰ ਨੂੰ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਵਾਗਾਚੀ ਨੇ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ ਯੂਕਰੇਨ ਨੂੰ ਦਵਾਈਆਂ ਤੇ ਦੂਜੀ ਮਨੁੱਖੀ ਸਹਾਇਤਾ ਭੇਜਾਂਗੇ। ਨਾਲ ਹੀ ਵਿਦੇਸ਼ ਮੰਤਰਾਲਾ ਵੱਲੋਂ ਇਹ ਵੀ ਸਾਫ਼ ਕੀਤਾ ਗਿਆ ਹੈ ਕਿ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਹਰ ਸੰਭਵ ਕਦਮ ਚੁੱਕੇ ਜਾਣ ਤੇ ਜੇ ਲੋੜ ਪਏਗੀ ਤਾਂ ਭਾਰਤ ਹਵਾਈ ਫੌਜ ਦੀ ਵੀ ਮਦਦ ਜਾਏਗੀ। ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਭਾਰਤੀ ਨਾਗਰਿਕਾਂ ਤੇ ਵਿਦਿਆਰਥੀਆਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਪੱਛਮੀ ਯੂਕਰੇਨ ਵੱਲ ਜਾਓ, ਪਰ ਉੱਥੇ ਸਿੱਧੇ ਬਾਰਡਰ ਵੱਲ ਨਾ ਜਾਓ। ਬਾਰਡਰ ਉੱਤੇ ਬਹੁਤ ਭੀੜ ਹੈ। ਅਜਿਹੇ ਵਿੱਚ ਨਜ਼ਦੀਕੀ ਸ਼ਹਿਰ ਨੂੰ ਟਿਕਾਣਾ ਬਣਾਓ। ਸਾਡੀਆਂ ਟੀਮਾਂ ਉੱਥੇ ਮਦਦ ਕਰਨਗੀਆਂ। ਖਾਲਸਾ ਏਡ ਦੇ CEO ਰਵੀ ਸਿੰਘ ਖਾਲਸਾ ਨੇ ਯੂਕਰੇਨ ਵਿੱਚ ਵਿਗੜ ਰਹੇ ਹਾਲਾਤ ਤੇ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਜੰਗ ਵਿੱਚ ਫਸੇ ਸਾਰੇ ਲੋਕਾਂ ਦੀ ਸੁਰੱਖਿਆ ਦੀ ਵੀ ਕਾਮਨਾ ਕੀਤੀ ਹੈ। ਯੂਕਰੇਨ ਵਿੱਚ ਫਸੇ ਲੋਕਾਂ ਦੀ ਮਦਦ ਰਵੀ ਸਿੰਘ ਖਾਲਸਾ ਅੱਗੇ ਆਏ ਨੇ। ਉਹਨਾਂ ਆਪਣੇ ਫੇਸਬੁੱਕ ਪੇਜ ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਯੂਕਰੇਨ ਵਿੱਚ ਕਈ ਡਰੇ ਹੋਏ ਅੰਤਰਰਾਸ਼ਟਰੀ ਵਿਦਿਆਰਥੀ ਘਰ ਜਾਣ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਸਾਡਾ ਕੰਮ ਲੋਕਾਂ ਦੀ ਜਾਨ ਬਚਾਉਣਾ ਤੇ ਉਹਨਾਂ ਨੂੰ ਉਮੀਦ ਦੇਣਾ ਹੈ। ਅਸੀਂ ਇਹਨਾਂ ਬੱਚਿਆਂ ਦੀ ਸੁਰੱਖਿਆ ਲਈ ਭਾਰਤ ਸਰਕਾਰ ਸਮੇਤ ਕਿਸੇ ਨਾਲ ਵੀ ਕੰਮ ਕਰਾਂਗੇ। ਇਹ ਰਾਜਨੀਤੀ ਦਾ ਨਹੀਂ, ਮਨੁੱਖਤਾ ਦਾ ਸਮਾਂ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਯੂਕਰੇਨ ਵਿੱਚ ਫਸੇ ਪੰਜਾਬੀਆਂ ਤੇ ਇੱਥੇ ਬੈਠੇ ਉਹਨਾਂ ਦੇ ਪਰਿਵਾਰਾਂ ਦੀ ਮਦਦ ਕਰਨ ਲਈ ਫੋਨ ਨੰਬਰ ਜਾਰੀ ਕੀਤੇ ਸਨ ਤਾਂ ਜੋ ਉਹ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਲ ਕਰ ਸਕਣ ਤੇ ਮਦਦ ਲੈ ਸਕਣ। ਖਾਲਸਾ ਏਡ ਵੱਲੋਂ ਯੂਕਰੇਨ ਸ਼ਹਿਰ ਦੇ ਲਵੀਵ ਵਿੱਚ ਮੌਜੂਦ ਪੰਜਾਬੀਆਂ ਦੀ ਮਦਦ ਲਈ ਨੰਬਰ ਜਾਰੀ ਕੀਤਾ ਗਿਆ ਹੈ ਤਾਂ ਜੋ ਉਹਨਾਂ ਦੀ ਮਦਦ ਕੀਤੀ ਜਾ ਸਕੇ। ਗੌਰਤਲਬ ਹੈ ਕਿ ਜਦੋਂ ਵੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਖਾਲਸਾ ਏਡ ਹਮੇਸ਼ਾ ਹੀ ਮਦਦ ਲਈ ਸਭ ਤੋਂ ਅੱਗੇ ਹੁੰਦੀ ਹੈ। ਕਰੋਨਾ ਕਾਲ ਵਿੱਚ ਵੀ ਖਾਲਸਾ ਏਡ ਨੇ ਲੋਕਾਂ ਦੀ ਮਦਦ ਕੀਤੀ ਹੈ ਤੇ ਹੁਣ ਯੂਕਰੇਨ ਰੂਸ ਜੰਗ ਵਿਚਾਲੇ ਵੀ ਖਾਲਸਾ ਏਡ ਵੱਲੋਂ ਲੋਕਾਂ ਨੂੰ ਮਦਦ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਯੂਕਰੇਨ ਨੇ ਰੂਸ ਨੂੰ ਪਿਛਲੇ 4 ਦਿਨਾਂ ਤੋਂ ਕੀਵ ਦੇ ਬਾਹਰ ਰੋਕ ਕੇ ਰੱਖਿਆ ਹੈ। ਇਸ ਦਰਮਿਆਨ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਕਿਹਾ ਕਿ ਅਗਲੇ 24 ਘੰਟੇ ਯੂਕਰੇਨ ਲਈ ਸਭ ਤੋਂ ਮੁਸ਼ਕਲ ਵਾਲੇ ਨੇ। ਦੂਜੇ ਪਾਸੇ 7 ਨੇਤਾਵਾਂ ਨੇ ਯੂਕਰੇਨ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਰੂਸ ਖਿਲਾਫ ਲੜਾਈ ਵਿੱਚ ਸਾਰੇ ਦੇਸ਼ ਯੂਕਰੇਨ ਦਾ ਸਮਰਥਨ ਜਾਰੀ ਰੱਖਣਗੇ। ਵੱਖ-ਵੱਖ ਦੇਸ਼ਾਂ ਵੱਲੋਂ ਯੂਕਰੇਨ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਮਦਦ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਰੂਸ ਯੂਕਰੇਨ ਜੰਗ ਵਿਚਾਲੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਵੱਡਾ ਐਲਾਨ ਵੀ ਕੀਤਾ ਹੈ। ਉਹਨਾਂ ਨੇ ਕਿਹਾ ਕਿ ਯੂਕਰੇਨ ਦੇ ਜੋ ਨਿਵਾਸੀ ਰੂਸ ਦੇ ਹਮਲੇ ਕਾਰਨ ਦੇਸ਼ ਛੱਡਣਾ ਚਾਹੁੰਦੇ ਨੇ ਉਹ ਯੂਨਾਈਟਿਡ ਕਿੰਗਡਮ ਆ ਸਕਦੇ ਨੇ, ਬਸ਼ਰਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਪਹਿਲਾਂ ਤੋਂ ਹੀ ਬ੍ਰਿਟੇਨ ਵਿੱਚ ਰਹਿੰਦੇ ਹੋਏ। ਉਹਨਾਂ ਨੇ ਅਜਿਹੇ ਲੋਕਾਂ ਲਈ ਯੂਕੇ ਦਾ ਵੀਜ਼ਾ ਦੇਣ ਦੀ ਵੀ ਪੇਸ਼ਕਸ਼ ਕੀਤੀ ਹੈ।
ਬ੍ਰਿਟੇਨ ਦੇ ਖਜ਼ਾਨੇ ਵਿੱਚ ਚਾਂਸਲਰ ਰਿਸ਼ੀ ਸੁਨਕ ਨੇ ਬੈਂਕ ਆਫ ਇੰਗਲੈਂਡ ਦੇ ਸਹਿਯੋਗ ਨਾਲ ਮਿਲ ਕੇ ਦੇਸ਼ ਦੇ ਸੈਂਟਰਲ ਬੈਂਕ ਆਫ ਦਾ ਰਸ਼ੀਅਨ ਫੈਡਰੇਸ਼ਨ ਨੂੰ ਨਿਸ਼ਾਨਾ ਬਣਾ ਕੇ ਯੂਕਰੇਨ ਤੇ ਰੂਸ ਦੇ ਹਮਲੇ ਦੇ ਜਵਾਬ ਵਿੱਚ ਹੋਰ ਆਰਥਿਕ ਪਾਬੰਦੀਆਂ ਲਗਾਉਣ ਦੀ ਯੂਕੇ ਸਰਕਾਰ ਦੀ ਯੋਜਨਾ ਦਾ ਐਲਾਨ ਕੀਤਾ। ਭਾਰਤ ਲਈ ਯੂਕਰੇਨ ਦੇ ਰਾਜਦੂਤ ਇਗੋਰ ਪੌਲਿਖਾ ਨੇ ਕਿਹਾ ਕਿ ਯੂਕਰੇਨ ਵਿੱਚ ਹਾਲਾਤ ਬਹੁਤ ਗੰਭੀਰ ਨੇ। ਇਸ ਦੇ ਬਾਵਜੂਦ ਯੂਕਰੇਨ ਦੇ ਅਧਿਕਾਰੀ ਉੱਥੇ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਦੇ ਕੰਮ ਵਿੱਚ ਸਹਿਯੋਗ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਯੂਕਰੇਨ ਉੱਤੇ ਰੂਸ ਦੇ ਹਮਲੇ ਵਿੱਚ ਬੜੇ ਗੰਭੀਰ ਹਾਲਾਤ ਤੇ ਮੱਦੇਨਜ਼ਰ ਯੂਕਰੇਨ ਦਾ ਪ੍ਰਤੀਮੰਡਲ ਬੈਲਾਰੂਸ ਵਿੱਚ ਪਹੁੰਚਿਆ ਹੈ ਤੇ ਦੋਵਾਂ ਪੱਖਾਂ ਵਿੱਚ ਗੱਲਬਾਤ। ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿੱਚ ਇੱਕ ਚਰਚ ਵਿੱਚ ਇੱਕ ਵਿਅਕਤੀ ਨੇ ਕਥਿਤ ਤੌਰ ਤੇ ਆਪਣੇ 3 ਬੱਚਿਆਂ ਤੇ ਇੱਕ ਹੋਰ ਵਿਅਕਤੀ ਨੂੰ ਗੋਲੀ ਮਾਰ ਕੇ ਮਾਰਨ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ। ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦੇ ਦਫ਼ਤਰ ਦੇ ਸਾਰਜੈਂਟ ਰੌਡ ਗ੍ਰਾਸਮੈਨ ਨੇ ਕਿਹਾ ਕਿ ਅਧਿਕਾਰੀਆਂ ਨੂੰ ਸ਼ਾਮ 5 ਵਜੇ ਦੇ ਕਰੀਬ ਅਰਡਨ ਆਰਕੇਡ ਸਥਿਤ ਚਰਚ ਵਿੱਚ ਗੋਲਾਬਾਰੀ ਦੀ ਸੂਚਨਾ ਮਿਲੀ ਅਤੇ ਜਦੋਂ ਉਹ ਘਟਨਾ ਸਥਾਨ ਤੇ ਪਹੁੰਚੇ ਤਾਂ ਸ਼ੱਕੀ ਹਮਲਾਵਰ ਸਮੇਤ 5 ਲੋਕਾਂ ਦੀ ਮ੍ਰਿਤਕ ਮਿਲੇ। ਉਹਨਾਂ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ 3 ਨਾਬਾਲਗ ਸ਼ਾਮਲ ਨੇ ਜਿਨ੍ਹਾਂ ਦੀ ਉਮਰ 15 ਸਾਲ ਤੋਂ ਘੱਟ ਹੈ। ਇੱਕ ਹੋਰ ਮ੍ਰਿਤਕ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਰੂਸ ਦੇ ਲਗਾਤਾਰ ਹਮਲਿਆਂ ਦੇ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਯੂਰੋਪੀਅਨ ਸੰਘ ਨੂੰ ਅਪੀਲ ਕੀਤੀ ਹੈ ਕਿ ਉਹ ਜਲਦ ਯੂਕਰੇਨ ਨੂੰ EU ਦੀ ਮਾਨਤਾ ਦੇਵੇ। ਇਸ ਦੇ ਈਲ ਉਹਨਾਂ ਨੇ EU ਦੇ ਮੈਂਬਰਸ਼ਿਪ ਦੀ ਅਰਜ਼ੀ ਤੇ ਜਲਦੀ ਵਿੱਚ ਦਸਤਖਤ ਕਰ ਦਿੱਤੇ ਨੇ। EU ਦੀ ਮੈਂਬਰਸ਼ਿਪ ਦੇ ਲਈ ਅਰਜ਼ੀ ਤੋਂ ਬਾਅਦ ਜ਼ੇਲੈਂਸਕੀ ਨੇ ਕਿਹਾ ਕਿ ਯੂਕਰੇਨ ਦੇ ਲੋਕਾਂ ਦੀ ਇਹ ਪਸੰਦ ਹੈ। ਦੂਜੇ ਪਾਸੇ ਸੰਯੁਕਤ ਰਾਸ਼ਟਰ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਹਫ਼ਤੇ ਰੂਸ ਵੱਲੋਂ ਹਮਲੇ ਕੀਤੇ ਜਾਣ ਤੋਂ ਬਾਅਦ 5 ਲੱਖ ਤੋਂ ਜ਼ਿਆਦਾ ਲੋਕਾਂ ਨੇ ਯੂਕਰੇਨ ਛੱਡ ਦਿੱਤਾ। ਪੋਲੈਂਡ, ਹੰਗਰੀ, ਸਲੋਵਾਕੀਆ, ਰੋਮਾਨੀਆ ਤੇ ਮੋਲਦੋਵਾ ਦੀਆਂ ਸਰਹੱਦਾਂ ਦੀ ਜਾਂਚ ਚੌਂਕੀਆਂ ਤੇ ਕਾਰਾਂ ਤੇ ਬੱਸਾਂ ਦੀਆਂ ਲੰਬੀਆਂ ਲਾਈਨਾਂ ਦੇਖੀਆਂ ਗਈਆਂ। ਕਈ ਲੋਕਾਂ ਨੇ ਪੈਦਲ ਹੀ ਸਰਹੱਦਾਂ ਨੂੰ ਪਾਰ ਕੀਤਾ। ਕਈ 100 ਸ਼ਰਨਾਰਥੀ ਹੰਗਰੀ ਸਰਹੱਦੀ ਪਿੰਡ ਬ੍ਰੇਗਸਰੂਨੀ ਵਿੱਚ ਇੱਕ ਅਸਥਾਈ ਕੇਂਦਰ ਵਿੱਚ ਠਹਿਰੇ ਹੋਏ ਨੇ ਜਿੱਥੇ ਉਹ ਆਵਾਜਾਈ ਕੇਂਦਰਾਂ ਵੱਲ ਜਾਣ ਦੇ ਲਈ ਵਾਹਨਾਂ ਦੀ ਉਡੀਕ ਕਰ ਰਹੇ ਹਨ। ਅਮਰੀਕਾ ਵੱਲੋਂ ਦਿੱਤੀ ਜਾਣ ਵਾਲੀ $50 ਕਰੋੜ ਦੀ ਗ੍ਰਾਂਟ ਸੰਬੰਧੀ ਸਮਝੌਤੇ ਨੂੰ ਨੇਪਾਲ ਦੀ ਸੰਸਦ ਵੱਲੋਂ ਮਨਜ਼ੂਰੀ ਦਿੱਤੇ ਜਾਣ ਨਾਲ ਨਾਰਾਜ਼ ਚੀਨ ਨੇ ਸੋਮਵਾਰ ਨੂੰ ਕਿਹਾ ਕਿ ਵਾਸ਼ਿੰਗਟਨ ਨੂੰ ਦਬਾਅ ਦੀ ਕੂਟਨੀਤੀ ਨਾਲ ਹੋਰ ਦੇਸ਼ਾਂ ਦੀ ਪ੍ਰਭੂਸੱਤਾ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਪੇਚਿੰਗ ਨੂੰ ਹੈਰਾਨ ਕਰਨ ਵਾਲੇ ਕਦਮ ਦੇ ਰੂਪ ਨਾਲ ਨੇਪਾਲ ਦੀ ਸੰਸਦ ਮੈਂਬਰ ਨੇ ਐਤਵਾਰ ਨੂੰ ਅਮਰੀਕਾ ਵੱਲੋਂ ਫੰਡਡ $50 ਕਰੋੜ ਦੇ ਮਿਲੇਨੀਅਮ ਚੈਲੰਜ ਕਾਰਪੋਰੇਸ਼ਨ ਨੂੰ ਮਨਜ਼ੂਰੀ ਦਿੱਤੀ। ਇਸ ਦੇ ਕਈ ਮਹੀਨਿਆਂ ਤੋਂ ਨੇਪਾਲ ਵਿੱਚ ਚਰਚਾ ਤੇ ਵਿਰੋਧ ਹੋ ਰਿਹਾ ਸੀ ਅਤੇ ਅਮਰੀਕਾ ਨੇ 28 ਫਰਵਰੀ ਨੂੰ ਸਮੇਂ ਸੀਮਾ ਤੈਅ ਕੀਤੀ ਸੀ। ਚੀਨ ਦੇ ਵਿਦੇਸ਼ ਮੰਤਰਾਲਾ ਨੇ ਤਰਜਮਾਨ ਵਾਂਗ ਬੈਨਬਿਨ ਨੇ ਇੱਥੇ ਮੀਡੀਆ ਦੇ ਸਵਾਲਾਂ ਦੇ ਜਵਾਬ ਵਿੱਚ ਕਿਹਾ, ਅਸੀਂ ਨੇਪਾਲੀ ਸੰਸਦ ਦੇ ਫੈਸਲੇ ਤੇ ਐਲਾਨ ਦਾ ਨੋਟਿਸ ਲਿਆ। ਕਾਬਜ਼ ਸਥਿਤ ਨੇਪਾਲੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਮਚੰਦਰਨ ਪੌਡਲੈਂਡ ਨੇ ਕਿਹਾ ਕਿ ਇਸ ਐਲਾਨ ਵਿੱਚ ਅਜਿਹੇ ਬਿਆਨ ਹਨ ਕਿ MSCC ਹਿੰਦ ਪ੍ਰਸ਼ਾਂਤ ਰਣਨੀਤੀ ਦਾ ਹਿੱਸਾ ਨਹੀਂ ਹੈ। ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ रूस ते बेलारूस के एथलीटां ते पाबंदी लगा दी है। यूक्रेन संकट नूं देखते हुए IOC के कार्यकारी बोर्ड ने सारे राष्ट्रां नूं रूस जां बेलारूस विच होण वाले किसी भी मुकाबले के प्रबंध करन ते रोक दा फैसला दिता। इन्हां देशां दे एथलीट दूसरे देश विच होण वाले मुकाबलियां 'च भी हिस्सा नहीं लै सकणगे। दरअसल IOC ने संबंधित देशां दीआं ओलंपिक एसोसीएशनस नूं रूस ते बेलारूस के एथलीटां ते पाबंदियां लगाउण दा सੱਦਾ दिता ते कमेटी की इस तस्दीक नूं बैन ही मन्निया जाता है। ਅਲਬਰਟਾ ਵਿੱਚ ਕੋਵਿਡ-19 ਦੇ ਘਟ ਰਹੇ ਮਾਮਲਿਆਂ ਨੂੰ ਦੇਖਦਿਆਂ ਸਰਕਾਰ 1 ਮਾਰਚ ਤੋਂ ਹੋਰ ਪਾਬੰਦੀਆਂ ਤੇ ਰੋਕ ਹਟਾਉਣ ਜਾ ਰਹੀ ਹੈ, ਜਿਸ ਨਾਲ ਲੋਕਾਂ ਨੂੰ ਕੁਝ ਹੋਰ ਸੁੱਖ ਦਾ ਸਾਹ ਆਏਗਾ। ਸਰਕਾਰ ਦਾ ਕਹਿਣਾ ਹੈ ਕਿ 8 ਫਰਵਰੀ ਨੂੰ ਪਹਿਲਾ ਕਦਮ ਸ਼ੁਰੂ ਹੋਣ ਤੋਂ ਬਾਅਦ ਲਗਾਤਾਰ ਸੂਬੇ ਅੰਦਰ ਕੋਵਿਡ-19 ਸਕਾਰਾਤਮਕਤਾ ਦਰਾਂ ਵਿੱਚ ਗਿਰਾਵਟ ਜਾਰੀ ਹੈ। ਅਲਬਰਟਾ ਦੇ ਪ੍ਰੀਮੀਅਰ ਜੈਸਨ ਕੈਨੀ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਅਲਬਰਟਾ ਵਿੱਚ ਕਦਮ 2 ਸ਼ੁਰੂ ਕੀਤਾ ਜਾ ਰਿਹਾ, ਜਿਸ ਵਿੱਚ ਸਮਾਜਿਕ ਇਕੱਠ ਦੀਆਂ ਸੀਮਾਵਾਂ ਦੀ ਸਮਾਪਤੀ, ਵੱਡੇ ਸਥਾਨਾਂ ਲਈ ਸਮਰੱਥਾ ਸੀਮਾਵਾਂ, ਬਾਕੀ ਬੱਚੀ ਸਕੂਲੀ ਜ਼ਰੂਰਤਾਂ, ਗਤੀਵਿਧੀਆਂ ਲਈ ਨੌਜਵਾਨਾਂ ਦੀ ਸਕਰੀਨਿੰਗ, ਘਰ ਤੋਂ ਜ਼ਰੂਰੀ ਕੰਮ ਕਰਨ ਦੇ ਆਦੇਸ਼ ਅਤੇ ਜਨਤਕ ਮਾਸਕਿੰਗ ਲੋੜਾਂ ਨੂੰ ਛੱਡ ਕੇ ਸ਼ਾਮਲ ਹੋਣਗੇ। ਉਹਨਾਂ ਨੇ ਦੱਸਿਆ ਕਿ ਪਿਛਲੇ 3 ਹਫ਼ਤਿਆਂ ਤੋਂ ਕੇਸਾਂ ਦਾ ਹਸਪਤਾਲਾਂ ਵਿੱਚ ਦਾਖਲਾ ਘਟਣਾ ਜਾਰੀ ਹੈ ਅਤੇ ਹਰ ਤਰ੍ਹਾਂ ਦੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਹੀ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ। ਇਸ ਸਮੇਂ ਉਹਨਾਂ ਨਾਲ ਸਿਹਤ ਮੰਤਰੀ ਜੇਸਨ ਕੋਪਿੰਗ ਵੀ ਹਾਜ਼ਰ ਸਨ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।